ਬਾਈ ਜੀ ਤੁਸੀਂ ਘਟਨਾ ਵਾਲੇ ਦਿਨ ਤੇ ਕੁਨੀਆਂ ਦੇ ਵਿੱਚ ਮੌਜੂਦ ਸੀ, ਤੁਹਾਡੇ ਫਾਦਰ ਸਾਹਿਬ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ। ਉਹ ਕਹਿੰਦੇ ਕਿ ਜੇ ਮੁੰਡਾ ਧੱਕਾ ਨਾ ਮਾਰਦਾ ਤਾਂ ਤੁਹਾਡੀ ਵੀ ਜਾਨ ਚਲੀ ਜਾਣੀ ਸੀ। ਮੇਰੇ ਨਾਲ ਜਿਹੜਾ ਮੇਰਾ ਮੁੰਡਾ ਹੁੰਦਾ ਉਹ ਮੈਨੂੰ ਧੱਕਾ ਦੇ ਕੇ ਰੋਡ ਤੋਂ ਥੱਲੇ ਸਿੱਟ ਦਿੰਦਾ ਔਰ ਖੁਦ ਛਾਲ ਮਾਰ ਕੇ ਸਾਈਡ ਤੇ ਹੋ ਜਾਂਦਾ। ਅਚਨਚੇਤ ਮੈਨੂੰ ਵੀ ਸਮਝ ਨਹੀਂ ਆ ਰਹੀ ਤੇ ਜਦੋਂ ਮੈਂ ਖੜਾ ਹੁੰਦਾ ਮੈਂ ਦੇਖਦਾ ਮੇਰੇ ਪਿੱਛੋਂ ਗੱਡੀਆਂ ਆ ਰਹੀਆਂ ਤੇਜ਼ ਐ ਜ਼ਿਗਜ਼ੈਗ ਲੋਕਾਂ ਨੂੰ ਮਤਲਬ ਜਦੋਂ ਮੈਂ ਖੜਾ ਹੋ ਕੇ ਵੇਖਦਾ ਅੱਗੇ ਲੋਕਾਂ ਨੂੰ ਉਡਾਉਂਦੇ ਜਾ ਰਹੇ। ਉਹਨਾਂ ਦੀ ਗੱਡੀ ਉੱਥੋਂ ਡੀਰੇਲ ਹੋ ਜਾਂਦੀ ਹੈ, ਇੱਕ ਗੱਡੀ ਖਤਾਨਾ 'ਚ ਉਤਰ ਜਾਂਦੀ ਹੈ, ਇੱਕ ਗੱਡੀ ਉੱਥੇ ਪਲਟਣ ਦੀ ਉਹਦੇ 'ਚ ਆ ਜਾਂਦੀ ਹੈ ਤੇ ਉਹ ਗੱਡੀ ਛੱਡ ਕੇ ਭੱਜਦਾ ਹੈ। ਫਿਰ ਰੌਲਾ ਪੈ ਜਾਂਦਾ ਮੋਨੂ ਭਈਆ ਮੋਨੂ ਮਿਸ਼ਰਾ ਮੋਨੂ ਮਿਸ਼ਰਾ ਮੋਨੂ ਮਿਸ਼ਰਾ, ਅਰੇ ਮੋਨੂ ਭਾਗ ਰਿਹਾ, ਪਕੜੋ ਮੋਨੂ ਭਾਗ ਰਿਹਾ। ਫਿਰ ਉਹ ਫਾਇਰ ਕਰਦਾ ਆ ਔਰ ਉਹਨੂੰ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਉੱਥੋਂ ਗੰਨੇ 'ਚ ਭਜਾ ਦਿੱਤਾ ਜਾਂਦਾ। ਜਿਹੜੇ ਮੌਕੇ ਦੇ ਲੋਕ ਸੀਗੇ, ਮੌਕੇ ਤੇ ਮੌਜੂਦ, ਉਹ ਕਹਿੰਦੇ ਕਿ ਅਸੀਂ ਭੱਜਦਾ ਦੇਖਿਆ, ਪਰ ਉਹਨਾਂ ਵੱਲੋਂ ਇਹ ਬਿਆਨ, ਹਾਲਾਂਕਿ ਠੀਕ ਹੈ ਉਹ ਮੁਲਜ਼ਮ ਨੇ, ਉਹਨਾਂ ਨੇ ਆਪਣੇ ਬਚਾਅ ਵਾਸਤੇ ਬਹੁਤ ਕੁਝ ਕਹਿਣਾ, ਹੋਰ ਵੀ ਚੀਜ਼ਾਂ, ਫਾਇਰਿੰਗ ਨੂੰ ਲੈ ਕੇ ਵੀ ਉਹ ਕਹਿ ਰਹੇ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ। ਉੱਥੇ ਮੌਜੂਦ ਲੋਕ ਜਿਹੜੇ ਸੀਗੇ ਜਾਂ ਤੁਸੀਂ ਕਹਿ ਰਹੇ ਕਿ ਫਾਇਰਿੰਗ ਨਹੀਂ ਹੋ ਰਹੀ ਸੀ। ਕਦੀ ਚੋਰ ਕਹਿੰਦਾ ਹੁੰਦਾ ਮੈਂ ਚੋਰੀ ਕੀਤੀ ਹੈ। ਜਿਹੜੇ ਲੋਕਾਂ ਨੇ ਰੌਲਾ ਪਾਤਾ ਉਹ ਮੋਨੂ ਜਾ ਰਿਹਾ, ਮੋਨੂ ਮਿਸ਼ਰਾ ਭੱਜ ਰਿਹਾ, ਮੋਨੂ ਨੂੰ ਫੜੋ, ਮੋਨੂ ਨੂੰ ਫੜੋ, ਮੋਨੂ ਨੂੰ ਫੜੋ। ਲੋਕ ਪਾਗਲ ਤਾਂ ਨਹੀਂ ਸੀ। ਜੋ ਕੌਮ ਇਤਿਹਾਸ ਨੂੰ ਸੰਭਾਲ ਕੇ ਰੱਖਦੀ ਹੈ ਉਹ ਕੌਮ ਅਣਖ ਨਾਲ ਜਿਉਂਦੀ ਹੈ। ਨੌਜਵਾਨੀ ਦੇ ਵਿੱਚ ਕ੍ਰਾਂਤੀ ਹੁੰਦੀ ਹੈ। ਭਗਤ ਸਿੰਘ ਨੂੰ ਦੇਖਣਾ ਪਏਗਾ, ਨੌਜਵਾਨਾਂ ਨੂੰ ਉਹਦੀ ਸੋਚ ਨੂੰ ਦੇਖਣਾ ਪਏਗਾ, ਕ੍ਰਾਂਤੀ ਲਿਆਉਣੀ ਪਏਗੀ ਦੇਸ਼ ਦੇ ਵਿੱਚ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਾਂਗੇ ਤਾਂ ਹੀ ਬਣੇਗਾ ਉਹਨਾਂ ਦੇ ਸੁਪਨਿਆਂ ਦਾ ਦੇਸ਼। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਉਜਵਲ ਭਵਿੱਖ ਨੂੰ ਸਮਰਪਿਤ ਹੈ। ਪੰਜਾਬ ਦੀ ਸਰਕਾਰ, ਲੋਕਾਂ ਦੀ ਸਰਕਾਰ। ਇਹ ਗੁੰਡੇ ਲੈ ਕੇ ਆਏ, ਗੋਲੀਆਂ ਚਲਾਉਂਦਾ ਹੈ, ਲੋਕਾਂ ਨੂੰ ਖਰੇੜਦਾ ਆ। ਇਹ ਲੋਕਾਂ 'ਚ ਭੈ ਦਿਖਾਉਣਾ ਚਾਹੁੰਦਾ ਸੀ। ਮੇਰਾ ਬਾਪ ਮੰਤਰੀ ਹੈ, ਮੈਨੂੰ ਕਿਸੇ ਦਾ ਕੋਈ ਪਰਵਾਹ ਨਹੀਂ, ਮੈਨੂੰ ਕੋਈ ਕਾਨੂੰਨ ਮੇਰੇ ਲਈ ਕੁਛ ਨਹੀਂ। ਤੁਸੀਂ ਮੇਰੇ ਬਾਪ ਦੇ ਖਿਲਾਫ ਕਾਲੇ ਝੰਡੇ ਦਿਖਾਏ ਔਰ ਉਹ ਆਪਦੇ ਬਾਪ ਦੀ ਸ਼ਹਿ ਨਾਲ ਹੀ ਹੈ। ਹਿਸਟਰੀ ਸ਼ੀਟਰ ਹੈ ਮੰਤਰੀ, ਇਹਦੇ ਤੇ ਬੜੇ ਬੜੇ ਮੁਕੱਦਮੇ ਦਰਜ ਨੇ ਇਹਦੇ ਤੇ, ਠੀਕ ਹੈ। ਤਸਕਰੀ ਦਾ ਆ, ਫਿਰ ਇਹਦੇ ਤੇ ਮਰਡਰ ਦੇ ਕੇਸਿਸ ਨੇ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਭਾਜਪਾ ਐਟਲੀਸਟ ਇਹ ਤਾਂ ਦੇਖ ਲਵੇ ਵੀ ਤੁਸੀਂ ਹੋਮ ਅਫੇਅਰਸ, ਗ੍ਰਹਿ ਮੰਤਰਾਲੇ ਦੇ ਵਿੱਚ ਕਿਹਨੂੰ ਰੱਖ ਰਹੇ ਹੋ। ਲਖੀਮਪੁਰ ਖੀਰੀ ਦੇ ਤਿਕੁਨੀਆਂ ਦੇ ਵਿੱਚ ਜੋ ਦਰਦਨਾਕ ਘਟਨਾ ਵਾਪਰੀ, ਕਿਸਾਨਾਂ ਦੀ ਸ਼ਹਾਦਤ ਹੋਈ ਹੈ, ਉਸ ਦਾ ਮੁੱਢ ਬੰਨਿਆ ਗਿਆ ਸੀ 25 ਸਤੰਬਰ ਨੂੰ, ਕਿਉਂਕਿ ਮੰਤਰੀ ਦੇ ਮੁੰਡੇ ਦੀ ਜੋ ਕਾਰ ਸੀ ਉਹ ਦਰੜਦੀ ਹੋਈ ਕਿਸਾਨਾਂ ਨੂੰ ਗੁਜ਼ਰੀ ਔਰ ਉੱਥੇ ਕਿਸਾਨਾਂ ਦੀ ਸ਼ਹਾਦਤ ਹੋਈ। ਮੰਤਰੀ ਨੇ 25 ਸਤੰਬਰ ਨੂੰ ਇੱਕ ਬਿਆਨ ਦਿੱਤਾ ਸੀ ਕਿ ਜੇ ਬਾਜ ਨਾ ਆਏ ਤਾਂ ਫਿਰ ਲਖੀਮਪੁਰ ਖੀਰੀ ਦੇ ਵਿੱਚ ਵੀ ਨਹੀਂ ਰਹਿਣ ਦੇਣੇ। ਇਸ ਤਰ੍ਹਾਂ ਦੀਆਂ ਜੋ ਸਟੇਟਮੈਂਟ ਮੰਤਰੀ ਦੀ ਆਈ ਸੀ ਔਰ ਮੰਤਰੀ ਨੇ ਕਿਹਾ ਸੀ ਕਿ ਮੇਰਾ ਬੈਕਗ੍ਰਾਉਂਡ ਤੁਸੀਂ ਦੇਖ ਲਿਓ ਕੀ ਹੈ। ਬੈਕਗ੍ਰਾਉਂਡ ਉਸਦਾ ਹੈ, ਹਿਸਟਰੀ ਸ਼ੀਟਰ ਸੀਗਾ ਮੰਤਰੀ ਔਰ ਬਹੁਤ ਸਾਰੇ ਕੇਸ ਉਸ ਮੰਤਰੀ ਦੇ ਉੱਪਰ ਚੱਲ ਰਹੇ ਨੇ, ਪਰ ਬੀਜੇਪੀ ਨੇ ਅਜੇ ਤੱਕ ਅਸਤੀਫਾ ਨਹੀਂ ਲਿਆ, ਸਰਕਾਰ ਨੇ ਅਜੇ ਤੱਕ ਅਸਤੀਫਾ ਨਹੀਂ ਲਿਆ ਮੰਤਰੀ ਦਾ। ਗੁਰਮਨੀਤ ਸਿੰਘ ਮੰਗਟ ਸਾਡੇ ਨਾਲ ਮੌਜੂਦ ਨੇ, ਬਕਾਇਦਾ ਤੌਰ ਤੇ ਚਸ਼ਮਦੀਦ ਵੀ ਨੇ ਉਸ ਘਟਨਾ ਤੇ ਮੌਕੇ ਵਾਲੀ ਥਾਂ ਤੇ ਮੌਜੂਦ ਸੀ ਗੁਰਮਨੀਤ ਹੁਣੀ। ਬਾਈ ਜੀ ਤੁਸੀਂ ਘਟਨਾ ਵਾਲੇ ਦਿਨ ਤੇ ਕੁਨੀਆਂ ਦੇ ਵਿੱਚ ਮੌਜੂਦ ਸੀ, ਤੁਹਾਡੇ ਫਾਦਰ ਸਾਹਿਬ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ। ਉਹ ਕਹਿੰਦੇ ਕਿ ਜੇ ਮੁੰਡਾ ਧੱਕਾ ਨਾ ਮਾਰਦਾ ਤਾਂ ਤੁਹਾਡੀ ਵੀ ਜਾਨ ਚਲੀ ਜਾਣੀ ਸੀ। ਪੂਰੀ ਘਟਨਾ ਇੱਕ ਵਾਰ ਜ਼ਰੂਰ ਦੱਸਿਓ, ਹੋਇਆ ਕੀ ਕੁਝ ਸੀਗਾ। ਦੇਖੋ, ਉਪ ਮੁੱਖ ਮੰਤਰੀ ਨੇ ਆਉਣਾ ਸੀਗਾ ਤੇ ਸਿੱਖ ਕਿਸਾਨ ਮੋਰਚਾ ਯੂਪੀ ਵੱਲੋਂ ਕਾਲ ਸੀਗੀ ਕਿ ਵੀ ਉਹਨਾਂ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਨਾ ਔਰ ਪਤਾ ਚੱਲਿਆ ਵੀ ਉਹ ਬਾਏ 에ਅਰ ਆ ਰਹੇ, ਹੈਲੀਕਾਪਟਰ ਤੇ ਆ ਰਹੇ ਹੈ ਤੇ ਭਾਰੀ ਸੰਖਿਆ ਦੇ ਵਿੱਚ ਕਿਸਾਨ ਉੱਥੇ ਪਹੁੰਚੇ ਔਰ ਉਹਦਾ ਮੇਨ ਕਾਰਨ ਇਹ ਸੀਗਾ ਕਿ 25 ਜਿਹੜੇ, ਜਿਵੇਂ ਤੁਸੀਂ ਜ਼ਿਕਰ ਕੀਤਾ, 25 ਸਤੰਬਰ ਨੂੰ ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਅਜੇ ਮਿਸਟਰ ਟੇਨੀ, ਇੱਥੋਂ ਦੇ ਸੰਸਦ ਵੀ ਨੇ, ਉਹਨਾਂ ਦੀ ਲੋਕ ਸਭਾ ਹੈ, ਉਹਨਾਂ ਨੇ ਇੱਥੇ ਆਉਣਾ ਸੀਗਾ ਤੇ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਵਿਖਾਏ ਔਰ ਉਹ ਪਬਲਿਕ ਪਲੇਟਫਾਰਮ ਤੇ ਮੰਚ ਤੋਂ ਇਹ ਬਿਆਨ ਦਿੰਦੇ ਆ ਕਿ ਮੈਂ ਬਹੁਤ ਬੜਾ ਗੁੰਡਾ ਹਾਂ, ਮੇਰਾ ਇਤਿਹਾਸ ਪਤਾ ਕਰ ਲਓ, ਮੈਂ ਤੁਹਾਨੂੰ ਪੱਲੀਆ ਛੱਡੋ, ਲਖੀਮਪੁਰ ਛੱਡੋ, ਮੈਂ ਤੁਹਾਨੂੰ ਯੂਪੀ 'ਚ ਨਹੀਂ ਰਹਿਣ ਦਿਆਂਗਾ। ਇੱਕ ਥਾਂ ਇਹ ਕਹਿੰਦੇ ਆ, ਦੂਜੀ ਥਾਂ ਕਹਿੰਦੇ ਖਾਲਿਸਤਾਨੀ ਆ, ਮੈਂ ਸੁਧਾਰ ਦਊਂਗਾ, ਮੈਂ ਆਧਾਰ ਨਹੀਂ ਰੱਖਦਾ, ਤੁਸੀਂ ਸ਼ੁਕਰ ਕਰੋ ਮੈਂ ਮੰਤਰੀ ਹਾਂ, ਠੀਕ ਹੈ, ਪਰ ਹੁਣ ਮੈਂ ਤੁਹਾਨੂੰ ਵੇਖ ਲੂੰਗਾ।
ਤੇ ਇਹਦੇ ਵਿਰੋਧ ਦੇ ਵਿੱਚ 26 ਨੂੰ ਤਜਿੰਦਰ ਵਿਰਕ ਜਿਹੜੇ ਸਾਡੇ ਹੋਰ ਦੂਜੇ ਕਿਸਾਨ ਆਗੂ ਹੈ, ਉਹਨਾਂ ਨੇ ਇਹਦਾ ਰਿਬਟਲ ਦਿੱਤਾ ਵੀ ਯਾਰ ਲੋਕਤੰਤਰ ਦੇ ਵਿੱਚ ਤੂੰ ਕਿਹੋ ਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਿਹਾ। ਤੇ ਉਹ ਜਦੋਂ ਜਾਣਕਾਰੀ ਮਿਲੀ ਵੀ ਉੱਥੇ ਉਸੇ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਘਰੇ ਉਪ ਮੁੱਖ ਮੰਤਰੀ ਆ ਰਿਹਾ, ਤੇ ਫਿਰ ਕਾਲ ਦਿੱਤੀ ਗਈ ਵੀ ਉੱਥੇ ਉਹਨਾਂ ਦਾ ਵਿਰੋਧ ਕਰਨਾ ਹੈ। ਤੇ ਕਿਸਾਨ ਉੱਥੇ ਸਵੇਰੇ 8 ਵਜੇ ਤੋਂ ਇਕੱਠੇ ਹੋਣੇ ਸ਼ੁਰੂ ਹੋ ਗਏ ਸੀਗੇ, ਤਕਰੀਬਨ 6-7 ਹਜ਼ਾਰ ਕਿਸਾਨ ਆ ਗਏ ਸੀਗੇ। ਹੁਣ ਜਿਵੇਂ ਨਾਨਪਾਰਾ ਦੀ ਗੱਲ ਕਰੀਏ 150 ਕਿਲੋਮੀਟਰ 200 ਕਿਲੋਮੀਟਰ ਤੱਕ ਤੋਂ ਕਿਸਾਨ ਉੱਥੇ ਪਹੁੰਚੇ ਸਨ, ਤੇ ਸਾਰਾ ਦਿਨ ਸ਼ਾਂਤੀਮਈ ਚੱਲਿਆ। ਔਰ ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਉਹੀ ਰਾਸਤਾ ਸੀਗਾ ਮੇਨ ਜਿਹੜਾ ਉਸਦੇ ਪਿੰਡ ਨੂੰ ਜਾ ਰਿਹਾ ਸੀਗਾ, ਜਿੱਥੇ ਉਹਨੇ ਕੁਸ਼ਤੀਆਂ ਦਾ ਅਖਾੜਾ ਰੱਖਿਆ ਹੋਇਆ ਸੀ। ਭਾਜਪਾ ਦੀਆਂ ਤਮਾਮ ਗੱਡੀਆਂ ਨਿਕਲੀਆਂ, ਤਮਾਮ ਲੀਡਰ ਨਿਕਲੇ, ਕਿਸੇ ਨਾਲ ਕੋਈ ਬਦਤਮੀਜ਼ੀ ਨਹੀਂ ਹੋਈ, ਕੋਈ ਬਦਤਮੀਜ਼ੀ ਨਹੀਂ ਹੋਈ। ਸਗੋਂ ਰੋਡ ਪਤਲੀ ਰੋਡ ਹੈ, ਤੁਸੀਂ ਜਾ ਮੌਕੇ ਤੇ ਜਾਏ ਹੋ, ਉਹਦੀ ਸਾਈਡ ਤੇ ਜਿਹੜਾ ਕੱਚਾ ਰਾਸਤਾ ਉੱਥੇ ਖੜੇ ਹੋ ਕੇ, ਮੀਂਹ ਪੈ ਕੇ ਹਟਿਆ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ, ਗਾਰੇ ਦੇ ਵਿੱਚ ਵੀ ਖੜੇ ਹੋ ਕੇ, ਪਾਣੀ ਖੜ ਗਿਆ ਸੀ ਕਈ ਥਾਵਾਂ ਤੇ, ਉੱਥੇ ਖੜੇ ਹੋ ਕੇ ਕਿਸਾਨਾਂ ਨੇ ਆਪਣਾ ਵਿਰੋਧ ਦਰਜ ਕੀਤਾ। ਔਰ ਜਦੋਂ 2-2:30 ਵਜੇ ਦੇ ਕਰੀਬ ਏਡੀਐਮ ਤੇ ਏਐਸਪੀ ਆਏ ਸਾਡੇ ਕੋਲ, ਇੱਕ ਵੀ ਜਿਹੜਾ ਡਿਪਟੀ ਸੀਐਮ ਹੈ, ਉਹਨਾਂ ਨੂੰ ਅਸੀਂ ਹੋਰ ਪਿੰਡਾਂ ਦੇ ਵਿੱਚੋਂ ਦੀ ਥੋੜਾ ਰੂਟ ਲੰਬਾ ਕਰਕੇ ਉੱਥੇ ਪਹੁੰਚਾਤਾ ਆ। ਤੇ ਤੁਸੀਂ ਹੁਣ ਅੱਗੇ ਤੁਹਾਡਾ ਕੀ ਪ੍ਰੋਗਰਾਮ ਹੈ? ਅਸੀਂ ਕਿਹਾ ਦੇਖੋ ਅਸੀਂ ਕਿਸੇ ਦਾ ਪਿੱਛੇ ਤਾਂ ਕਰਨ ਆਏ ਨਹੀਂ ਹੈਗੇ, ਅਸੀਂ ਆਪਣਾ ਵਿਰੋਧ ਦਰਜ ਕਰਾਉਣ ਆਏ ਆ। ਜੇ ਤੁਸੀਂ ਮੁੱਖ ਮੰਤਰੀ ਨੂੰ ਦੱਸਤਾ ਵੀ ਹੈਲੀਕਾਪਟਰ ਲੱਥ ਨਹੀਂ ਸਕਦਾ ਕਿਉਂਕਿ ਕਿਸਾਨ ਇਕੱਠੇ ਹੋਏ, ਜੇ ਤੁਸੀਂ ਉਹਨਾਂ ਰੋਡ ਬਦਲਤਾ ਤੇ ਉਪ ਮੁੱਖ ਮੰਤਰੀ ਨੂੰ ਇਹ ਜਾਣਕਾਰੀ ਮਿਲ ਗਈ ਵੀ ਕਿਸਾਨ ਵਿਰੋਧ ਕਰ ਰਹੇ ਆ, ਤੇ ਅਸੀਂ ਆਪਦਾ ਜਿਹੜਾ ਪ੍ਰੋਟੈਸਟ ਹੈ ਉਹ ਕਾਲ ਆਫ ਕਰਕੇ ਘਰਾਂ ਨੂੰ ਜਾਵਾਂਗੇ। ਅਸੀਂ ਫਿਰ ਅਧਿਕਾਰੀਆਂ ਨੂੰ ਪੁੱਛਿਆ ਵੀ ਤੁਸੀਂ ਇਹ ਦੱਸੋ ਵੀ ਉਹਨਾਂ ਦਾ ਫੰਕਸ਼ਨ ਕਿੰਨੇ ਵਜੇ ਖਤਮ ਹੋ ਰਿਹਾ, ਕਿਉਂਕਿ ਸਾਡੇ ਬਹੁਤ ਭਾਰੀ ਸੰਖਿਆ ਦੇ ਵਿੱਚ ਕਿਸਾਨ ਸੀ, ਥੋੜੇ ਬਹੁਤ ਉੱਥੇ ਵੀ ਪਹੁੰਚੇ ਸੀ। ਸਾਨੂੰ ਇਹ ਮਤਲਬ ਕਿਸਾਨ ਨਹੀਂ, ਭਾਜਪਾ ਦੇ ਲੋਕ ਬਈ ਉਪ ਮੁੱਖ ਮੰਤਰੀ ਨੇ ਆਉਣਾ, ਉਹਨਾਂ ਦੀ ਲੋਕ ਪਹੁੰਚਣਗੇ, ਤੇ ਸਾਨੂੰ ਇਹ ਸੀ ਵੀ ਵਾਪਸੀ 'ਚ ਕਨਫਰੰਟੇਸ਼ਨ ਨਾ ਹੋ ਜੇ। ਉਹਨਾਂ ਨੇ ਕਿਹਾ 4-4:30 ਵਜੇ ਤੱਕ ਉਹਨਾਂ ਦੀ ਸਮਾਪਤੀ ਹੈ। ਫਿਰ ਅਸੀਂ ਉਦੋਂ ਕਾਲ ਦੇਤੀ ਵੀ ਸਾਰੇ ਆਓ, ਚਾਹ ਦਾ ਲੰਗਰ ਛਕੋ ਤੇ ਵਾਪਸੀ ਕਰੋ, ਕਿਉਂਕਿ ਲੋਕ ਬਹੁਤ ਦੂਰੋਂ ਦੂਰੋਂ ਆਏ ਸੀ। ਇਸੇ ਦੌਰਾਨ ਜਦੋਂ ਉੱਥੇ ਉਪ ਮੁੱਖ ਮੰਤਰੀ ਪਹੁੰਚ ਗਿਆ ਸੀ ਤੇ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਸ਼ੁਰੂ ਕਰਤਾ। ਹੁਣ ਜਿਹੜੀ 25 ਤਰੀਕ ਨੂੰ ਧਮਕੀ ਦਿੱਤੀ, ਉਹ ਜਦ ਉਪ ਮੁੱਖ ਮੰਤਰੀ ਉਹਨਾਂ ਦੇ ਪਹੁੰਚ ਗਿਆ, ਉਹਨਾਂ ਦਾ ਕਾਰਿਕ੍ਰਮ ਸਫਲ ਹੋ ਗਿਆ। ਉਹਨਾਂ ਨੇ ਉਪ ਮੁੱਖ ਮੰਤਰੀ ਬਣਾਉਣਾ ਸੀ। ਉਹ ਜਿਹੜਾ ਅਜੇ ਮਿਸ਼ਰ ਟੈਣੀ ਦਾ ਮੁੰਡਾ ਆ, ਮੋਨੂ ਮਿਸ਼ਰ, ਆਸ਼ੀਸ਼ ਮੋਨੂ ਮਿਸ਼ਰ, ਉਹਦੀ ਵੀ ਛਵੀ ਕੋਈ ਜ਼ਿਆਦਾ ਚੰਗੀ ਨਹੀਂ। ਤੇ ਉਹ ਇੱਕ ਹੁਣੀ ਉਦਣ ਵੀਡੀਓ, ਮਤਲਬ ਇੱਕ ਉਦਣ ਦੀ ਵੀਡੀਓ ਹੈ ਜਿਹਦੇ ਵਿੱਚ ਉਹ ਐ ਪਿਸਤੌਲ 'ਚ ਗੋਲੀਆਂ ਪਾ ਕੇ ਐ ਲੈ ਕੇ ਕਾਫਲਾ, ਮਤਲਬ ਜਿਹਨੂੰ ਪੰਜਾਬੀ 'ਚ ਕਹਿੰਦੇ ਫੁਕਰੀ ਮਾਰਦਾ ਹੋਇਆ ਆ ਰਿਹਾ, ਉੱਥੋਂ ਘਰੋਂ ਚੱਲਦਾ ਹੈ। ਉਹ ਵੀਡੀਓ ਵੀ ਪਬਲਿਕ ਡੋਮੇਨ 'ਚ ਹੈਗੀ ਹੈ। ਤੇ ਮੈਂ ਤਜਿੰਦਰ ਵਿਰਕ ਹੁਣੀ ਮੇਰੇ ਤੋਂ 200-300 ਮੀਟਰ ਅੱਗੇ ਚੱਲ ਜਾਂਦੇ, ਅਸੀਂ ਲੋਕਾਂ ਨੂੰ ਕਹਿ ਰਹੇ ਵੀ ਚਲੋ ਵਾਪਸ ਚਲੋ, ਠੀਕ ਹੈ, ਆਪਦੀ ਗੱਲਬਾਤ ਵੀ ਹੁਣ ਆਪਣਾ ਸਫਲ ਹੋ ਗਿਆ। ਤੇ ਇੱਕਦਮ ਮੇਰੇ ਨਾਲ ਜਿਹੜਾ ਮੇਰਾ ਮੁੰਡਾ ਹੁੰਦਾ, ਉਹ ਮੈਨੂੰ ਧੱਕਾ ਦੇ ਕੇ ਰੋਡ ਤੋਂ ਥੱਲੇ ਸਿੱਟ ਦਿੰਦਾ ਔਰ ਖੁਦ ਛਾਲ ਮਾਰ ਕੇ ਸਾਈਡ ਤੇ ਹੋ ਜਾਂਦਾ। ਤੇ ਮੈਨੂੰ ਹੁਣ ਅਚਨਚੇਤ, ਮੈਨੂੰ ਵੀ ਸਮਝ ਨਹੀਂ ਆ ਰਹੀ, ਤੇ ਜਦੋਂ ਮੈਂ ਖੜਾ ਹੁੰਨਾ ਮੈਂ ਦੇਖਦਾ ਮੇਰੇ ਪਿੱਛੋਂ ਗੱਡੀਆਂ ਆ ਰਹੀਆਂ ਤੇਜ਼, ਐ ਜ਼ਿਗਜ਼ੈਗ ਲੋਕਾਂ ਨੂੰ, ਮਤਲਬ ਜਦੋਂ ਮੈਂ ਖੜਾ ਹੋ ਕੇ ਵੇਖਦਾ ਅੱਗੇ ਲੋਕਾਂ ਨੂੰ ਉਡਾਉਂਦੇ ਜਾ ਰਹੇ ਆ ਲੋਕਾਂ ਨੂੰ, ਤੇ ਲੋਕ ਹਫਰਾ ਤਫਰੀ ਮਚ ਜਾਂਦੀ ਹੈ। ਤੇ ਗਨ ਸ਼ਾਟ ਜਿਵੇਂ ਗੱਡੀਆਂ ਨਿਕਲ ਜਾਂਦੀਆਂ, ਹੁਣ ਤਾਂ ਵੀਡੀਓ ਵੀ ਆਊਟ ਹੋ ਗਿਆ ਹੈ ਨਾ, ਉਹਦੇ ਵਿੱਚ ਕਿਸੇ ਗੱਡੀ ਦਾ ਕੋਈ ਸ਼ੀਸ਼ਾ ਨਹੀਂ, ਅਖੀਰਲੀ ਗੱਡੀ ਦੇ ਸਾਈਡ ਤੇ ਬਾਉਂਸਰ ਲਮਕੇ ਹੋਏ ਆ। ਉਹ ਇਸ ਸਭ ਇਸ ਚੀਜ਼ ਦਾ ਪ੍ਰਤੀਕ ਹੈ ਕਿ ਉਸ ਕਿਸਾਨਾਂ ਨੂੰ ਕੁਚਲਣ ਹੀ ਆਏ ਸੀ ਵੀ ਮੇਰਾ ਬਾਪ ਮੰਤਰੀ ਹੈ, ਮੈਨੂੰ ਕਿਸੇ ਦਾ ਕੋਈ ਪਰਵਾਹ ਨਹੀਂ, ਮੈਨੂੰ ਕੋਈ ਕਾਨੂੰਨ ਮੇਰੇ ਲਈ ਕੁਛ ਨਹੀਂ। ਤੁਸੀਂ ਮੇਰੇ ਬਾਪ ਦੇ ਖਿਲਾਫ ਕਾਲੇ ਝੰਡੇ ਦਿਖਾਏ, ਔਰ ਉਹ ਆਪਦੇ ਬਾਪ ਦੀ ਸ਼ਹਿ ਨਾਲ ਹੀ ਆਇਆ। ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਉੱਥੋਂ ਡੀਰੇਲ ਹੋ ਜਾਂਦੀ ਹੈ, ਇੱਕ ਗੱਡੀ ਖਤਾਨਾ 'ਚ ਉਤਰ ਜਾਂਦੀ ਹੈ, ਇੱਕ ਗੱਡੀ ਉੱਥੇ ਪਲਟਣ ਦੀ ਉਹਦੇ 'ਚ ਆ ਜਾਂਦੀ ਹੈ, ਤੇ ਉਹ ਗੱਡੀ ਛੱਡ ਕੇ ਭੱਜਦਾ ਹੈ। ਫਿਰ ਰੌਲਾ ਪੈ ਜਾਂਦਾ, ਮੋਨੂ ਭਈਆ, ਮੋਨੂ ਮਿਸ਼ਰਾ, ਮੋਨੂ ਮਿਸ਼ਰਾ, ਮੋਨੂ ਮਿਸ਼ਰਾ, ਅਰੇ ਮੋਨੂ ਭਾਗ ਰਹਾ, ਪਕੜੋ ਮੋਨੂ ਭਾਗ ਰਹਾ। ਫਿਰ ਉਹ ਫਾਇਰ ਕਰਦਾ ਆ ਔਰ
ਉਹਨੂੰ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਉੱਥੋਂ ਗੰਨੇ 'ਚ ਭਜਾ ਦਿੱਤਾ ਜਾਂਦਾ ਹੈ। ਸਾਰੀ ਘਟਨਾ ਜਿਹੜੀ ਤੁਸੀਂ ਚਸ਼ਮਦੀਦ ਹੋ, ਸਾਰੀ ਘਟਨਾ ਤੁਹਾਡੇ ਅੱਖਾਂ ਦੇ ਸਾਹਮਣੇ ਦੀ ਹੈ ਇਹ ਸਾਰੀ? ਹਾਂਜੀ ਬਿਲਕੁਲ ਮੇਰੀ ਅੱਖਾਂ ਦੇ ਸਾਹਮਣੇ ਦੀ ਹੈ। ਔਰ ਇਸ ਦੌਰਾਨ ਫਿਰ ਅਸੀਂ ਭੱਜ ਕੇ ਜਾਂਦੇ ਹਾਂ, ਦੇਖਦੇ ਹਾਂ ਵੀ ਕਿੱਦਾਂ ਕਿੱਦਾਂ ਸਾਡੇ ਲੋਕ, ਅਸੀਂ ਉਹਨਾਂ ਨੂੰ ਚੱਕਦੇ ਹਾਂ ਤਾਂ ਕਿ ਜਿਹੜਾ ਕੈਜੁਅਲਟੀਜ਼ ਹੈ ਉਹ ਘੱਟੋ ਘੱਟ ਰਹਿਣ ਤੇ ਅਸੀਂ ਆਪਦੇ ਲੋਕਾਂ ਨੂੰ ਇਕੱਠੇ ਮਤਲਬ ਫਸਟ ਏਡ ਪ੍ਰੋਵਾਈਡ ਕਰ ਸਕਦੇ ਹੋਈਏ। ਹੁਣ ਇਸ ਦੌਰਾਨ ਸਾਡੇ ਲੋਕ ਵੀ ਪਿੱਛੇ ਭੱਜਦੇ ਆ ਤੇ 3 ਬੰਦੇ ਉਹਨਾਂ ਦੇ ਫੜੇ ਜਾਂਦੇ ਆ। ਅਸੀਂ ਪੁਲਿਸ ਨੂੰ 3 ਬੰਦੇ ਉਹਨਾਂ ਦੇ ਸਾਫ਼ ਤੇ ਜੀਵਤ ਹੈਂਡਓਵਰ ਕੀਤੇ ਆ। ਮਤਲਬ ਉਹਨਾਂ ਨੇ ਸਾਡੇ ਇੰਨੇ ਬੰਦੇ ਮਾਰਤੇ, ਲੇਕਿਨ ਅਸੀਂ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੂੰ 3 ਬੰਦੇ ਪੁਲਿਸ ਨੂੰ ਹੈਂਡਓਵਰ ਕੀਤੇ। ਸਾਡੇ ਕੋਲ 3 ਦੀ ਵੀਡੀਓਗ੍ਰਾਫੀ ਹੈ। ਔਰ ਕਿਸਾਨ ਤੇ ਅਸੀਂ ਤੇ, ਕਿਉਂਕਿ ਸਾਡਾ ਹਿੰਸਾ ਕਰਨਾ ਸਾਡੇ ਇਸ ਅੰਦੋਲਨ ਦਾ ਕੋਈ ਕੰਮ ਨਹੀਂ ਹੈਗਾ, ਸਾਡੇ ਅੰਦੋਲਨ ਦਾ ਹਿੱਸਾ ਹੈ ਨਹੀਂਗਾ। ਅਸੀਂ ਸ਼ਾਂਤੀਮਈ ਤਰੀਕੇ ਨਾਲ ਬੈਠ ਕੇ ਅੰਦੋਲਨ ਕਰ ਰਹੇ ਹਾਂ 10 ਮਹੀਨਿਆਂ ਤੋਂ। ਇੱਦਾਂ ਦੀਆਂ ਜਿਹੜੀਆਂ ਗੰਦੀਆਂ ਹਰਕਤਾਵਾਂ ਨੇ ਉਹ ਭਾਜਪਾ ਵੱਲੋਂ ਹੀ ਕੀਤੀਆਂ ਜਾ ਰਹੀਆਂ ਨੇ। ਇੱਕ ਗੱਲ ਦੱਸਿਓ ਮੈਨੂੰ, ਮੰਤਰੀ ਵੀ ਕਹਿੰਦਾ ਕਿ ਮੇਰਾ ਬੇਟਾ ਉੱਥੇ ਨਹੀਂ ਸੀ, ਉਹ ਵੀ ਕਹਿ ਰਿਹਾ ਕਿ ਮੈਂ ਉੱਥੇ ਨਹੀਂ ਸੀਗਾ। ਇਸ ਚੀਜ਼ ਨੂੰ ਕਿੱਦਾਂ ਮਤਲਬ ਲੋਕ ਕਹਿ ਰਹੇ ਨੇ ਕਿ ਜਿਹੜੇ ਮੌਕੇ ਦੇ ਲੋਕ ਸੀਗੇ, ਮੌਕੇ ਤੇ ਮੌਜੂਦ, ਉਹ ਕਹਿੰਦੇ ਕਿ ਅਸੀਂ ਭੱਜਦਾ ਦੇਖਿਆ, ਪਰ ਉਹਨਾਂ ਵੱਲੋਂ ਇਹ ਬਿਆਨ, ਹਾਲਾਂਕਿ ਠੀਕ ਹੈ ਉਹ ਮੁਲਜ਼ਮ ਨੇ, ਉਹਨਾਂ ਨੇ ਆਪਣੇ ਬਚਾਅ ਵਾਸਤੇ ਬਹੁਤ ਕੁਝ ਕਹਿਣਾ, ਹੋਰ ਵੀ ਚੀਜ਼ਾਂ, ਫਾਇਰਿੰਗ ਨੂੰ ਲੈ ਕੇ ਵੀ ਉਹ ਕਹਿ ਰਹੇ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਹੋਈ। ਉੱਥੇ ਮੌਜੂਦ ਲੋਕ ਜਿਹੜੇ ਸੀਗੇ, ਜਾਂ ਤੁਸੀਂ ਕਹਿ ਰਹੇ ਕਿ ਫਾਇਰਿੰਗ ਵੀ ਹੋ ਰਹੀ ਸੀ ਉੱਥੇ। ਦੇਖੋ, ਕਦੀ ਚੋਰ ਕਹਿੰਦਾ ਹੁੰਦਾ ਮੈਂ ਚੋਰੀ ਕੀਤੀ ਹੈ ਹਨਾ, ਨਹੀਂ ਕਹਿੰਦਾ ਨਾ। ਔਰ ਜਿਹੜੇ ਲੋਕ ਦੇਖੋ, ਹੁਣ ਇੰਟਰਨੈਟ ਬੰਦ ਸੀ, ਜਿਹੜੇ ਦੂਜੇ ਜ਼ਿਲ੍ਹਿਆਂ ਦੇ ਲੋਕ ਆਏ ਸੀ, ਜਿਹੜੀਆਂ ਉਹਨਾਂ ਕੋਲ ਵੀਡੀਓ ਸੀ ਹਲੇ ਤੇ ਉਹ ਵਾਇਰਲ ਹੋ ਰਹੀਆਂ। ਜੋ ਸਾਡੇ ਜ਼ਿਲ੍ਹੇ 'ਚ ਇੰਟਰਨੈਟ ਚੱਲੂਗਾ ਬੜਾ ਕੁਝ ਸਾਹਮਣੇ ਆਏਗਾ। ਔਰ ਇਹੋ ਜਿਹੀ ਵੀ ਵੀਡੀਓ ਆ ਜਾਣੀ ਜਿੱਥੇ ਉਹਦੀ ਸ਼ਕਲ ਪਛਾਣੀ ਜਾਏਗੀ। ਜਿਹੜੇ ਲੋਕਾਂ ਨੇ ਰੌਲਾ ਪਾਤਾ, ਉਹ ਮੋਨੂ ਜਾ ਰਿਹਾ, ਮੋਨੂ ਮਿਸ਼ਰਾ ਭੱਜ ਰਿਹਾ, ਮੋਨੂ ਨੂੰ ਫੜੋ, ਮੋਨੂ ਨੂੰ ਫੜੋ, ਮੋਨੂ ਨੂੰ ਫੜੋ। ਲੋਕ ਪਾਗਲ ਤਾਂ ਨਹੀਂ ਸੀਗੇ ਹੈ? ਠੀਕ ਹੈ, ਲੋਕ ਉਹ ਨਹੀਂ। ਦੂਜੀ ਗੱਲ ਇਹ ਹੈ ਕਿ ਸਾਡਾ ਉੱਥੇ ਪ੍ਰੋਗਰਾਮ ਸਮਾਪਤੀ ਤੇ ਸੀ, ਇਹ ਗੁੰਡੇ ਲੈ ਕੇ ਆਇਆ, ਗੋਲੀਆਂ ਚਲਾਉਂਦਾ ਆਇਆ, ਲੋਕਾਂ ਨੂੰ ਖਦੇੜਦਾ ਆਇਆ। ਇਹ ਲੋਕਾਂ 'ਚ ਭੈ ਦਿਖਾਉਣਾ ਚਾਹੁੰਦਾ ਸੀ, ਭੈ ਦੀ ਸਿਚੁਏਸ਼ਨ, ਉਹ ਡਰ ਫੈਲਾਉਣਾ ਚਾਹ ਰਿਹਾ ਸੀ ਵੀ ਮੇਰੇ ਮਤਲਬ ਤੁਸੀਂ ਦੇਖੋ 24 ਸਤੰਬਰ ਨੂੰ ਵਰੁਣ ਗਾਂਧੀ ਨੂੰ ਕਾਲੇ ਝੰਡੇ ਵਿਖਾਏ ਜਾਂਦੇ ਆ। ਉਹਨਾਂ ਨੇ ਤਾਂ ਨਹੀਂ ਕਿਸੇ ਨੂੰ ਧਮਕੀ ਦਿੱਤੀ। ਉਸ ਤੋਂ ਪਹਿਲਾਂ ਇਹੀ ਉਪ ਮੁੱਖ ਮੰਤਰੀ ਨੂੰ ਪੀਲੀਭੀਤ ਦੇ ਵਿੱਚ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੇ ਝੰਡੇ ਦਿਖਾਏ ਜਾਂਦੇ ਆ। ਉਹਨਾਂ ਨੇ ਮੁਕੱਦਮਾ ਤਾਂ ਦਰਜ ਕਰਾਇਆ ਪਰ ਧਮਕੀ ਨਹੀਂ ਦਿੱਤੀ। ਏਦਾਂ ਹੀ 25 ਨੂੰ ਅੱਛਾ ਵਿਅਕਤੀ ਵਿਸ਼ੇਸ਼ ਟੈਨੀ ਮਿਸ਼ਰਾ ਨੂੰ ਕਿਸੇ ਨੇ ਕੁਝ ਨਹੀਂ ਕਿਹਾ, ਕਾਲੇ ਝੰਡੇ ਵਿਖਾਏ, ਬੀਜੇਪੀ ਮੁਰਦਾਬਾਦ, ਕਾਲੇ ਕਾਨੂੰਨ ਵਾਪਸ ਲਓ। ਠੀਕ ਹੈ, ਤੇ ਫਿਰ ਕਿੱਡੀ ਕੁ ਗੱਲ ਸੀ ਇਹ ਮੰਚ ਤੇ ਖੜੇ ਹੋ ਕੇ ਕਹਿਣਾ ਵੀ ਮੈਂ ਗੁੰਡਾ ਆ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਮੈਂ ਹਨਾ। ਮਤਲਬ ਤੁਹਾਨੂੰ ਕੀ ਲੱਗਦਾ ਹੈ ਮੰਗਟ ਜੀ ਕਿ ਇਹ ਸਾਰੀ ਚੀਜ਼ ਪਲਾਨ ਕਰਕੇ ਕੀਤੀ ਗਈ ਹੈ, ਪ੍ਰੀ ਪਲਾਨਡ ਸੀਗਾ ਸਭ ਕੁਝ? ਪ੍ਰੀ ਪਲਾਨਡ ਸੀਗਾ। ਜੇ ਉਪ ਮੁੱਖ ਮੰਤਰੀ ਦਾ ਕਾਰਜਕ੍ਰਮ ਹੀ ਕੈਂਸਲ ਹੋ ਜਾਂਦਾ, ਟਰਸਟ ਮੀ, ਇਹਨਾਂ ਨੇ ਤਾਂ ਦੁਪਹਿਰੇ ਗੋਲੀ ਚਲਵਾ ਦੇਣੀ ਸੀ ਉੱਥੇ ਆਪਦੇ ਗੁੰਡਿਆਂ ਤੋਂ। ਇਹ ਹਿਸਟਰੀ ਸ਼ੀਟਰ ਹੈ ਮੰਤਰੀ, ਇਹਦੇ ਤੇ ਬੜੇ ਬੜੇ ਮੁਕੱਦਮੇ ਦਰਜ ਨੇ ਇਹਦੇ ਤੇ। ਠੀਕ ਹੈ, ਤਸਕਰੀ ਦਾ ਆ, ਫਿਰ ਇਹਦੇ ਤੇ ਮਰਡਰ ਦੇ ਕੇਸਿਸ ਨੇ, ਡਕੈਤੀ ਦਾ ਆ, ਫਿਰ ਇਹਦੇ ਤੇ ਕੀ ਕਹਿੰਦੇ ਆ ਗੁੰਡਾ ਐਕਟ ਲੱਗੀ ਹੋਈ ਹੈ। ਹੁਣ ਸਵਾਲ ਇਹ ਹੈ ਵੀ ਆਪਾਂ ਕਿਹੋ ਜਿਹੇ ਬੰਦਿਆਂ ਨੂੰ ਮੰਤਰੀ ਮੰਡਲ 'ਚ ਰੱਖਣਾ ਚਾਹੁੰਦੇ ਹਾਂ। ਇਹ ਬੜੀ ਸ਼ਰਮ ਦੀ ਗੱਲ ਹੈ ਕਿ ਭਾਜਪਾ ਐਟਲੀਸਟ ਇਹ ਤਾਂ ਦੇਖ ਲਵੇ ਵੀ ਤੁਸੀਂ ਹੋਮ ਅਫੇਅਰਸ, ਗ੍ਰਹਿ ਮੰਤਰਾਲੇ ਦੇ ਵਿੱਚ ਕਿਹਨੂੰ ਰੱਖ ਰਹੇ ਹੋ। ਹਾਂਜੀ, ਤੁਹਾਨੂੰ ਲੱਗਦਾ ਕਿ ਕੋਈ ਕਾਰਵਾਈ ਹੋਊਗੀ ਮੰਤਰੀ ਦੇ ਖਿਲਾਫ? ਹੁਣ ਤੱਕ ਤਾਂ ਕੋਈ ਇਹੋ ਜਿਹਾ ਸਟੇਟਮੈਂਟ ਵੀ ਨਹੀਂ ਆਇਆ, ਨਹੀਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਟਵੀਟ ਕਰ ਦਿੰਦੇ। ਬਾਹਰਲੇ ਦੇਸ਼ ਦੇ ਵਿੱਚ ਕੋਈ ਕਿਸੇ ਦੀ ਮੌਤ ਹੁੰਦੀ ਹੈ, ਪਰ ਦੇਸ਼ ਦੇ ਵਿੱਚ ਔਰ ਖਾਸ ਤੌਰ ਤੇ ਜਿਸ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਉਸ ਸਰਕਾਰ ਦੇ ਵਿੱਚ ਇੰਨੀ ਵੱਡੀ ਘਟਨਾ ਹੋ ਜੇ ਪਰ ਉਹਨਾਂ ਵੱਲੋਂ ਕੋਈ ਟਵੀਟ, ਕੋਈ ਦੁੱਖ ਜ਼ਾਹਰ ਨਹੀਂ ਕੀਤਾ ਗਿਆ। ਦੇਖੋ, ਜਿਨ੍ਹਾਂ ਦੇ ਹੱਥ ਜਾਂ ਜਿਨ੍ਹਾਂ ਦਾ ਇਤਿਹਾਸ, ਜਿਨ੍ਹਾਂ ਦੀ ਬੁਨਿਆਦ ਕਤਲੇਆਮ ਤੇ ਹੋਵੇ,
ਦੰਗਿਆਂ ਤੇ ਹੋਵੇ, ਜਿਨ੍ਹਾਂ ਨੂੰ ਸੱਤਾ ਦੰਗੇ ਕਰਾ ਕੇ ਮਿਲੀ ਹੋਵੇ, ਉਹਨਾਂ ਤੋਂ ਸਦਭਾਵਨਾ ਦੀ ਤੁਸੀਂ ਕੀ ਉਮੀਦ ਰੱਖ ਸਕਦੇ ਹੋ? ਯੂਪੀ ਦੇ ਵਿੱਚ ਮੁਜ਼ੱਫਰਨਗਰ 2014 ਚ ਇਹਨਾਂ ਦੀ ਸਰਕਾਰ ਮੁਜ਼ੱਫਰਨਗਰ ਦੰਗਿਆਂ ਕਰਕੇ ਆਈ। ਇਹਨਾਂ ਦਾ ਤਾਂ ਇਤਿਹਾਸ ਹੈ ਲੋਕਾਂ ਨੂੰ ਪਾੜ ਕੇ ਦੰਗੇ ਕਰਾਉਣੇ, ਧਰਮ ਜਾਤੀ ਦੇ ਨਾਂ ਤੇ ਵੰਡਣਾ। ਇਹਨਾਂ ਤੋਂ ਤੁਸੀਂ ਕੀ ਉਮੀਦਾਂ ਰੱਖ ਸਕਦੇ ਹੋ? ਤੁਸੀਂ ਸਿੱਧੀ ਟੱਕਰ ਜੇ ਮੈਂ ਕਹਾਂ ਤਾਂ ਖੈਰ ਕੋਈ ਤੁਹਾਡਾ ਪਰਸਨਲ ਵੱਟਦਾ ਰੌਲਾ ਤਾਂ ਨਹੀਂ, ਪਰ ਕਿਸਾਨ ਅੰਦੋਲਨ ਕਰਕੇ ਜੋ ਵੀ ਹੋਇਆ ਤੁਹਾਨੂੰ ਡਾਇਰੈਕਟ ਅਟੈਕ ਕੀਤਾ ਉਹਨਾਂ ਨੇ, ਮੰਤਰੀ ਨੇ ਤੁਹਾਡੇ ਫਾਦਰ ਸਾਹਿਬ ਨੂੰ ਲੈ ਕੇ ਡਾਇਰੈਕਟ ਅਟੈਕ ਕੀਤਾ, ਇਸ ਨੂੰ ਲੈ ਕੇ ਕੀ ਕਹੋਗੇ ਤੁਸੀਂ? ਦੇਖੋ, ਸਾਰੀ ਉਮਰ ਤੱਕ ਸੱਤਾ ਨਹੀਂ ਰਹਿਣੀ ਹੈਗੀ, ਇਹ ਲੋਕਤੰਤਰ ਹੈ। ਜੇ ਬਚ ਗਿਆ ਤਾਂ, ਜੇ ਨਹੀਂ ਬਚਿਆ ਤੇ ਫਿਰ ਤੇ ਕੋਈ ਗੱਲ ਨਹੀਂ। ਦੇਖੋ, ਭੱਜਦਿਆਂ ਨੂੰ ਵਾਹਣ ਬਰਾਬਰ ਹੁੰਦੇ ਆ, ਔਰ ਜੇ ਅਸੀਂ ਦੂਜੇ ਸੂਬੇ ਦੇ ਵਿੱਚ ਬੈਠੇ ਆ, ਇੰਨੇ ਸਾਲਾਂ ਤੋਂ ਬੈਠੇ ਆ, ਜੇ ਕੋਈ ਗੱਲ ਹੋਊਗੀ ਤਾਂ ਬੈਠੇ ਆ। ਮੇਰੇ ਕੋਲ ਪੰਜਾਬ ਵੀ ਘਰ ਹੈਗਾ, ਤਾਲਾ ਲਾਇਆ ਹੈ, ਨਹੀਂ ਰਹਿੰਦੇ, ਪਿੰਡ ਘਰ ਹੈਗਾ, ਸਾਡਾ ਜੱਦੀ ਘਰ ਹੈਗਾ, ਜ਼ਮੀਨ ਹੈਗੀ, ਪਰ ਅਸੀਂ ਇੱਥੇ ਰਹਿੰਦੇ ਹਾਂ, ਇਹੀ ਸਾਡਾ ਘਰ ਹੈ। ਔਰ ਮੈਂ ਸੋਚਦਾ ਵੀ ਇਸ ਦੇਸ਼ ਦੇ ਵਿੱਚ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤੀ ਦਾ ਵਿਅਕਤੀ ਕਿਤੇ ਵੀ ਰਹਿੰਦਾ ਹੋਵੇ, ਉਹਨੂੰ ਅਨਸੇਫ ਨਹੀਂ ਫੀਲ ਕਰਨ ਦੀ ਲੋੜ, ਕਿਉਂਕਿ ਆਹ ਦੇਸ਼ ਜਿਹੜਾ ਭਾਰਤ ਹੈ, ਹਿੰਦੁਸਤਾਨ ਹੈ, ਇੰਡੀਆ ਆ, ਇਹ ਇਹਨਾਂ ਦੇ ਕਰਕੇ ਨਹੀਂ ਸਾਨੂੰ ਮਿਲਿਆ। ਇਹਦੇ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ। ਆਜ਼ਾਦ ਦੇਸ਼ ਜਿੱਥੇ ਸਾਰਿਆਂ ਨੂੰ, ਸਾਡਾ ਸੰਵਿਧਾਨ ਕਹਿੰਦਾ ਹੈ ਸਾਰਿਆਂ ਨੂੰ ਆਜ਼ਾਦੀ ਹੈ, ਰਾਈਟ ਟੂ ਲਾਈਫ ਹੈ, ਸਾਰਿਆਂ ਨੂੰ ਡਰ ਕੇ ਨਹੀਂ ਰਹਿਣਾ, ਹਨਾ। ਤੇ ਫਿਰ ਦੇਖੋ, ਗੱਲ ਇਹ ਹੈ ਵੀ ਸ਼ੇਰ ਨੂੰ ਸਵਾ ਸਿਰ ਟੱਕਰ ਹੀ ਜਾਂਦਾ ਹੁੰਦਾ। ਹੁਣ ਇਸ ਤੋਂ ਬਾਅਦ ਮੈਂ ਉਸ ਮੁੱਦੇ ਤੇ ਨਹੀਂ ਕੁਝ ਕਹਿਣਾ ਚਾਹੁੰਦਾ। ਪਰਸਨਲ ਅਟੈਕ ਕੀਤੇ ਆ, ਸ਼ੇਰ ਨੂੰ ਸਵਾ ਸਿਰ ਟੱਕਰ ਹੀ ਜਾਂਦਾ ਹੁੰਦਾ, ਕੋਈ ਚੱਕਰ ਵਾਲੀ ਗੱਲ ਨਹੀਂ। ਹਾਂਜੀ, ਤੁਹਾਨੂੰ ਤਾਂ ਨਹੀਂ ਕੋਈ ਹੁਣ ਤੱਕ ਕੋਈ ਧਮਕੀ, ਕੋਈ ਇਸ ਤਰ੍ਹਾਂ ਦਾ ਪਰਸਨਲੀ ਤੌਰ ਤੇ ਆਇਆ ਹੋਵੇ? ਦੇਖੋ, ਥ੍ਰੈਟਸ ਤੇ ਇਸ਼ੂ ਹੈਗੇ ਹੀ ਹੈ, ਔਰ ਜਿਹੜਾ ਉਹ ਸਭ ਤੋਂ ਵੱਡੀ ਗੱਲ ਹੈ ਉਹ ਇਹ ਹੈ ਕਿ ਆਹ ਜਿਹੜਾ 3 ਤਰੀਕ ਦਾ ਵਾਕਿਆ ਹੋਇਆ ਹਨਾ, ਇਹ ਥ੍ਰੈਟ ਇਸ਼ੂ ਕੀਤਾ ਤੇ ਉਹਨਾਂ ਨੇ ਕਰਤਾ। ਤਜਿੰਦਰ ਵਿਰਕ ਨੇ 26-25 ਨੂੰ ਮੰਤਰੀ ਦੀ ਸਟੇਟਮੈਂਟ ਆਉਂਦੀ ਹੈ, ਗ੍ਰਹਿ ਮੰਤਰੀ ਦੀ, 26 ਤਰੀਕ ਨੂੰ ਤਜਿੰਦਰ ਵਿਰਕ ਦਾ ਸਟੇਟਮੈਂਟ ਆਉਂਦੀ ਹੈ ਉਹਨੂੰ ਕੰਡੈਮ ਕਰਦੇ ਦੀ। ਸੋ ਫਿਰ ਮੈਂ ਤਜਿੰਦਰ ਵਿਰਕ ਤੇ ਉਹਨਾਂ ਦੀ ਮੇਨ ਉਹਦੇ ਤੇ ਸੀਗੇ। ਜੇ ਮੈਨੂੰ ਮੁੰਡਾ ਧੱਕਾ ਨਾ ਦਿੰਦਾ, ਹੋ ਸਕਦਾ ਵੀ ਮੈਂ ਹਸਪਤਾਲ ਪਿਆ ਹੁੰਦਾ, ਜਾਂ ਮੇਰੇ ਵੀ ਘਰੇ ਤੁਸੀਂ ਅਫਸੋਸ ਕਰਨ ਆਉਂਦੇ, ਮੇਰੇ ਪਰਿਵਾਰ ਨੂੰ ਪੁੱਛ ਰਹੇ ਹੁੰਦੇ। ਠੀਕ ਹੈ, ਔਰ ਚਲੋ ਵਾਹਿਗੁਰੂ ਦੀ ਮੈਂ ਕਹੂੰਗਾ ਵੀ ਵਾਹਿਗੁਰੂ ਨੇ ਮੈਨੂੰ ਬਚਾ ਲਿਆ ਕਿ ਜਿੱਦਾਂ ਵੀ। ਤੇ ਦੂਜੀ ਗੱਲ ਹੈ ਵੀ ਡਰਨਾ ਅਸੀਂ ਸਿੱਖਿਆ ਨਹੀਂ। ਜੇ ਡਰਦੇ ਹੁੰਦੇ ਤੇ ਸਾਡੇ ਗੁਰੂ ਸਾਹਿਬ ਨੇ ਸਿੰਘ ਸਾਡੇ ਨਾਵਾਂ ਦੇ ਵਿਚਾਲੇ ਨਹੀਂ ਲਾਉਣਾ ਸੀ। ਠੀਕ ਹੈ, ਹਾਂਜੀ। ਪਰਸਨਲੀ ਤੌਰ ਤੇ ਹੁਣ ਤੱਕ ਜਿੱਦਾਂ ਉਹ ਘਟਨਾ ਨੂੰ ਲੈ ਕੇ ਤੁਸੀਂ ਰਡਾਰ ਤੇ ਹੈਗੇ ਹੀ ਸੀਗੇ ਉਹਨਾਂ ਦੇ ਪਰਸਨਲੀ ਤੌਰ ਤੇ, ਜਿੱਦਾਂ ਤਜਿੰਦਰ ਵਿਰਕ ਹੋਣੀ ਅੱਜ ਹਸਪੀਟਲ ਦੇ ਵਿੱਚ ਨੇ, ਹੋਰ ਬਹੁਤ ਸਾਰੇ ਸਾਡੇ ਵੀਰ ਜਿਹੜੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ, ਅਲਵਿਦਾ ਕਹਿ ਗਏ ਇਸ ਦੁਨੀਆ ਨੂੰ, ਔਰ ਮਤਲਬ ਉਹਨਾਂ ਲੋਕਾਂ ਦੀ ਲਿਸਟ ਦੇ ਵਿੱਚ ਮੰਗਟ ਸਾਹਿਬ ਤੁਹਾਡਾ ਵੀ ਨਾਮ ਹੈਗਾ ਸੀਗਾ ਵੀ ਇਹਨਾਂ ਨੂੰ ਵੀ ਰਾਹ ਤੋਂ ਸਾਫ਼ ਕਰ ਦਿੱਤਾ ਜਾਵੇ? ਦੇਖੋ, ਇਹ ਸਾਡੇ ਮੇਰੇ ਫਾਦਰ ਨੂੰ ਤੇ ਮੈਨੂੰ ਤੇ ਪਬਲਿਕ ਪਲੇਟਫਾਰਮ ਤੋਂ ਸਿੱਧੇ ਧਮਕੀ ਦੇ ਕਰ ਗਿਆ ਹੋਇਆ ਨਾ। ਤੇ ਦੇਖੋ, ਅਸੀਂ ਕਾਨੂੰਨ 'ਚ ਵਿਸ਼ਵਾਸ ਕਰਨ ਵਾਲੇ ਲੋਕ ਹਾਂ। ਸਾਨੂੰ ਜੋ ਮਰਜ਼ੀ ਹੈ, ਫਿਰ ਵੀ ਸਾਨੂੰ ਇਸ ਦੇਸ਼ ਦੀ ਕਾਨੂੰਨ ਵਿਵਸਥਾ ਤੇ, ਇਸ ਸੰਵਿਧਾਨ ਤੇ, ਨਿਆਂ ਜਿਹੜੀ ਸਾਡੀ ਪਾਲਿਕਾ ਹੈਗੀ ਆ, ਸਾਨੂੰ ਉਹਦੇ ਤੇ ਭਰੋਸਾ ਹੈ। ਤੇ ਜਿੱਦਣੇ ਬਨਾਨਾ ਰਿਪਬਲਿਕ ਬਣ ਗਿਆ ਵੀ ਕਾਨੂੰਨ ਨਹੀਂ ਗਾ, ਫਿਰ ਸਾਡਾ ਇਤਿਹਾਸ ਗਵਾਹ ਹੈ। ਠੀਕ ਹੈ, ਪਰ ਹੁਣ ਤੱਕ ਗ੍ਰਿਫਤਾਰੀ ਨਾ ਹੋਣਾ, ਇਹ ਵੀ ਆਪਣੇ ਆਪ ਤੇ ਵੱਡੇ ਸਵਾਲ ਖੜੇ ਕਰਦਾ ਕਿ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ। ਪ੍ਰਸ਼ਾਸਨ ਤੇ, ਸਰਕਾਰ ਤੇ, ਸ਼ਾਸਨ ਪ੍ਰਸ਼ਾਸਨ ਕਿਹਾ ਜਾਂਦਾ ਹੈ ਕਿ ਜਿਹਦਾ ਸ਼ਾਸਨ ਹੈ ਉਹਦਾ ਹੀ ਪ੍ਰਸ਼ਾਸਨ ਹੈ, ਤਾਂ ਫਿਰ ਉਸ ਹਿਸਾਬ ਨਾਲ ਹੀ ਹੋ ਰਿਹਾ ਸਭ ਕੁਝ। ਦੇਖੋ, ਗ੍ਰਿਫਤਾਰੀ ਨਹੀਂ ਹੋਣ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕੇਂਦਰ ਸਰਕਾਰ। ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਸ਼ੈ, ਕੇਂਦਰ ਸਰਕਾਰ ਦੀ ਸ਼ੈ ਆ ਇਸ ਮੰਤਰੀ ਨੂੰ, ਔਰ ਕੇਂਦਰ ਸਰਕਾਰ
ਹੁਣ ਸੂਬਾ ਸਰਕਾਰ ਦੀਆਂ ਲਿਮਿਟੇਸ਼ਨਸ ਨੇ, ਹਨਾ ਜੀ। ਜੇ ਯੂਪੀ ਦੇ ਵਿੱਚ ਹੋਇਆ ਮੁੰਡਾ ਤੇ ਸੂਬਾ ਸਰਕਾਰ ਦੇ ਲਈ, ਪੁਲਿਸ ਦੇ ਲਈ ਉਹਨੂੰ ਫੜਨਾ ਜ਼ਿਆਦਾ ਮੁਸ਼ਕਿਲ ਨਹੀਂ। ਜੇ ਹੁਣ ਲੈ ਕੇ ਕਿਸੇ ਮੱਧ ਪ੍ਰਦੇਸ਼ 'ਚ ਚਲ ਗਏ ਜਿੱਥੇ ਇਹਨਾਂ ਦੀ ਸਰਕਾਰ ਹੈ, ਜਾਂ ਕੋਈ ਇਹੋ ਜਿਹੀ ਉਹਦੇ 'ਚ ਚਲ ਗਏ ਜਿੱਥੇ ਅਮਿਤ ਸ਼ਾਹ ਤੇ ਮੋਦੀ ਦੇ ਬੜੇ ਖਾਸ ਬੰਦੇ ਦੀ ਸਰਕਾਰ ਹੈ, ਤੇ ਉੱਥੋਂ ਰਿਕਵਰੀ ਇੰਨੀ ਸੌਖੀ ਨਹੀਂ ਕੀ। ਇਸ ਚੀਜ਼ ਲਈ ਮੈਂ ਪਰਸਨਲੀ ਮੈਂਟਲ ਤੌਰ ਤੇ ਇਸ ਚੀਜ਼ ਲਈ ਤਿਆਰ ਸੀਗਾ ਵੀ ਇਹ ਜਿਹੜੀ ਗ੍ਰਿਫਤਾਰੀ ਹੈ ਉਹ ਇੰਨੀ ਛੇਤੀ ਨਹੀਂ ਹੋਣੀ ਹੈਗੀ, ਉਹਦੇ ਲਈ ਸੰਘਰਸ਼ ਕਰਨਾ ਪੈਣਾ। ਲੇਕਿਨ ਸਭ ਤੋਂ ਵੱਡੀ ਜਿਹੜੀ 3 ਤਰੀਕ ਸ਼ਾਮ ਨੂੰ 7 ਵਜੇ ਮੇਰੇ ਦਿਮਾਗ ਤੇ ਜਿਹੜਾ ਸਭ ਤੋਂ ਵੱਡਾ ਪ੍ਰੈਸ਼ਰ ਸੀ ਉਹ ਇਹ ਸੀਗਾ ਕਿ ਮੁਕੱਦਮਾ ਲਿਖਿਆ ਜਾਏਗਾ ਕਿ ਨਹੀਂ ਲਿਖਿਆ ਜਾਏਗਾ। ਮੁਕੱਦਮਾ ਲਿਖਿਆ ਗਿਆ ਬਿਲਕੁਲ 302 ਦਾ 120B ਜੇ ਇਸ ਚੀਜ਼ ਦਾ ਮੁੱਢ ਅਜੇ ਮਿਸ਼ਰ ਟੈਨੀ ਦੀ ਉਹ ਧਮਕੀ ਹੈ। ਜੇ ਉਹ ਇਹੋ ਜਿਹੀ ਸਟੇਟਮੈਂਟ ਨਾ ਇਸ਼ੂ ਕਰਦਾ ਤੇ ਇਹੋ ਜਿਹਾ ਵਾਕਿਆ ਨਹੀਂ ਸੀ ਹੋਣਾ। ਔਰ ਉਹਦੇ ਮੁੰਡੇ, ਮੈਂ ਤਾਂ ਕਹਿੰਦਾ ਉਹਨੇ ਆਪਣੇ ਮੁੰਡੇ ਨੂੰ ਭੇਜਿਆ ਵੀ ਚੱਲ ਚੱਕ ਦੇ ਕਿਸਾਨਾਂ ਦਾ ਕੰਮ, ਸਾਡਾ ਤੇ ਮੰਤਰੀ ਪਹੁੰਚ ਗਿਆ, ਉਹਨੂੰ ਦਿਖਾ ਦੇ ਅਸੀਂ ਕਿੰਨੇ ਜੋਗੇ ਹਾਂ। ਹੁਣ ਤੱਕ ਜਿੱਦਾਂ ਹੁੰਦਾ ਹੈ, ਖਾਸ ਤੌਰ ਤੇ ਯੂਪੀ ਤੇ ਤਾਂ ਬਹੁਤ ਸਾਰੀਆਂ ਫਿਲਮਾਂ ਬਣੀਆਂ, ਕੀ ਫਿਰ ਉਹੀ ਚੀਜ਼ ਹਜੇ ਵੀ ਤੁਸੀਂ ਲੰਬੇ ਸਮੇਂ ਤੋਂ ਰਹਿ ਰਹੇ ਹੋ, ਤੁਹਾਡੀ ਫੈਮਿਲੀ ਲੰਬੇ ਸਮੇਂ ਤੋਂ ਰਹਿ ਰਹੀ ਹੈ, ਇਹ ਚੀਜ਼ਾਂ ਹਜੇ ਵੀ ਉਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ? ਇਹੀ ਸੋਚ ਕੇ ਬੈਠੇ ਸੀਗੇ ਉਹ ਕਿ ਉੱਪਰ ਵੀ ਸਰਕਾਰ ਸਾਡੀ ਹੈ, ਸਟੇਟ ਦੇ ਵਿੱਚ ਵੀ ਸਰਕਾਰ ਸਾਡੀ ਹੈ, ਠੀਕ ਹੈ ਜਿੱਦਾਂ ਚੱਲੇਗਾ ਚਲਾਵਾਂਗੇ ਅਸੀਂ? ਦੇਖੋ ਮਿੱਥ ਕੇ ਤੋਂ ਹੀ ਬੈਠੇ ਸੀ, ਪਰ ਜਿਵੇਂ ਮੈਂ ਪਹਿਲਾਂ ਕਿਹਾ ਸਾਨੂੰ ਇਸ ਕਾਨੂੰਨ ਵਿਵਸਥਾ ਤੇ ਦੇਸ਼ ਦੀ ਤੇ ਨਿਆਂਪਾਲਿਕਾ ਦੇ ਭਰੋਸਾ ਹੈ। ਮੁਕੱਦਮਾ ਤਾਂ ਦਰਜ ਹੋ ਗਿਆ ਨਾ, ਬੜੇ ਇਹੋ ਜਿਹੇ ਇੰਸੀਡੈਂਟ ਹੁੰਦੇ ਆ ਇਹ ਤੋਂ ਵੀ ਭਿਆਨਕ, ਮੁਕੱਦਮੇ ਨਹੀਂ ਦਰਜ ਹੁੰਦੇ। ਹਥਰਸ ਕੇਸ ਤੁਸੀਂ ਵੇਖ ਲਓ, ਪਰਿਵਾਰ ਨੂੰ ਸੰਸਕਾਰ ਕਰਨ ਦੀ ਉਹ ਨਹੀਂ ਦਿੱਤੀ, ਹਨਾ। ਅਸੀਂ ਠੀਕ ਹੈ ਸਾਡੇ ਵੀਰ ਤੇ ਸਾਡਾ ਬਜ਼ੁਰਗ ਸ਼ਹੀਦ ਹੋਏ ਨੇ, ਪਰ ਅਸੀਂ ਕੋਈ ਧੱਕਾ ਵੀ ਨਹੀਂ ਕਰਨ ਦਿੱਤਾ ਨਾ ਸਰਕਾਰ ਨੂੰ। ਤੇ ਕਿਤੇ ਨਾ ਕਿਤੇ ਜਿਹੜਾ ਵੀ ਸ਼ਾਸਨਿਕ ਜਾਂ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਸੰਵਿਧਾਨ ਦੀ ਸਹੁੰ ਖਾ ਕੇ, ਉਹਦੇ ਲਈ ਸਭ ਤੋਂ ਸੁਪਰੀਮ ਸੰਵਿਧਾਨ ਹੁੰਦਾ ਹੈ, ਸ਼ਪਥ ਖਾਂਦਾ ਹੈ। ਤੇ ਜੇ ਮੇਰਾ ਮੰਨਣਾ ਹੈ ਵੀ ਜੇ ਦੇਸ਼ ਚੱਲ ਰਿਹਾ ਹੈ ਉਹ ਕੁਝ ਚੁਣਿੰਦਾ ਅੱਛੇ ਲੋਕਾਂ ਕਰਕੇ ਹੈ ਜਿਨ੍ਹਾਂ ਨੂੰ ਆਪਣੀ ਡਿਊਟੀ ਦੇ ਪ੍ਰਤੀ ਸਹੀ ਇੰਟੈਂਸ਼ਨ ਹੈ ਵੀ ਮੈਂ ਆਪਣੀ ਡਿਊਟੀ ਨਿਭਾਉਣੀ ਹੈ। ਗ੍ਰਿਫਤਾਰੀ ਲਈ ਲੜਾਈ ਲੜੋਗੇ ਮੰਗਟ ਸਾਹਿਬ? ਲੜ ਰਹੇ ਹਾਂ, ਲੜਾਂਗੇ ਤੇ ਜਿੱਤਾਂਗੇ। ਅਸੀਂ ਸਾਡੇ ਤੋਂ ਉਹਨਾਂ ਨੇ ਭੋਗ ਤੱਕ ਦਾ ਸਮੇਂ ਮੰਗਿਆ ਸੀ 12 ਤਰੀਕ, ਠੀਕ ਹੈ। ਔਰ ਅਸੀਂ ਇਸ ਵਕਤ ਕੋਈ ਦੇਖੋ ਤਣਾਅ ਭਰੀ ਸਿਚੁਏਸ਼ਨ ਯੂਪੀ ਦੇ ਵਿੱਚ, ਪੰਜਾਬ ਦੇ ਵਿੱਚ, ਇਹਦੇ ਨਾਲ ਤੁਸੀਂ ਸ਼ਾਇਦ, ਮੈਨੂੰ ਨਹੀਂ ਪਤਾ ਤੁਹਾਡੇ ਕੋਲ ਜਾਣਕਾਰੀ ਹੈਗੀ ਕਿ ਨਹੀਂ ਹੈਗੀ, ਹਰਿਆਣਾ ਦੇ ਜਿਹੜੇ ਲੀਡਰ ਹੈ ਭਾਜਪਾ ਦੇ, ਉਹ 2-3 ਦਿਨਾਂ ਚੋਂ ਬਹੁਤ ਗਲਤ ਭੜਕਾਊ ਸਟੇਟਮੈਂਟਸ ਦੇ ਰਹੇ ਨੇ। ਤਾਂ ਕਿ ਮਨੋਹਰ ਲਾਲ ਖੱਟਰ ਹੋਣਾ ਦੀ ਸਟੇਟਮੈਂਟ ਬਹੁਤ ਵਿਵਾਦਤ ਸੀ, ਬਹੁਤ ਸ਼ਰਮਨਾਕ ਬਿਆਨ ਸੀਗਾ ਜਿਹੜਾ ਉਹਨਾਂ ਨੇ ਦਿੱਤਾ। ਹਾਂਜੀ, ਬਹੁਤ ਸ਼ਰਮਨਾਕ ਬਿਆਨ ਹੈ। ਔਰ ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਨਾ ਹੋਵੇ, ਕਿਉਂਕਿ ਇਹ ਲੜਾਈ ਕੋਈ ਵਿਅਕਤੀਗਤ ਲੜਾਈ ਨਹੀਂ, ਇਹ ਕਾਨੂੰਨਾਂ ਨੂੰ ਬਦਲਣ ਦੀ ਲੜਾਈ ਹੈ ਵੀ ਇਹ ਕਾਲੇ ਕਾਨੂੰਨ ਵਾਪਸ ਹੋਣ ਤੇ ਕਿਸਾਨਾਂ ਨੂੰ ਉਹਨਾਂ ਦਾ ਅਧਿਕਾਰ ਮਿਲੇ। ਤੇ ਇਹਦੇ ਵਿੱਚ ਭਾਜਪਾ, ਮੈਂ ਜਿਵੇਂ ਪਹਿਲਾਂ ਆਖਿਆ, ਇਹਨਾਂ ਦਾ ਕੰਮ ਹੀ ਹੈ ਦੰਗੇ ਕਰਾਓ ਤੇ ਕੁਰਸੀ ਤੇ ਬੈਠੋ, ਬਾਂਟੋ ਔਰ ਰਾਜ ਕਰੋ। ਉਹ ਚਿੱਟੇ ਅੰਗਰੇਜ਼ ਸੀਗੇ, ਕਾਲੇ ਅੰਗਰੇਜ਼ ਹੈ। ਇਤਿਹਾਸ ਇਹਨਾਂ ਦਾ ਹੀ ਵੇਖ ਲਓ, ਆਜ਼ਾਦੀ ਦੀ ਲੜਾਈ 'ਚ ਇਹ ਕਿੱਧਰਲੇ ਪਾਸੇ ਖੜੇ ਰਹੇ, ਇਹ ਤਾਂ ਪ੍ਰਮਾਣਿਤ ਸੱਤ ਹੈ ਨਾ, ਸਰਟੀਫਾਈਡ ਫੈਕਟ ਹੈ। ਇਹ ਗੱਦਾਰ ਰਹੇ ਹੈ, ਇਹਨਾਂ ਨੂੰ ਦੇਸ਼ ਨਾਲ ਕੋਈ ਮਤਲਬ ਨਹੀਂ, ਇਹਨਾਂ ਨੂੰ ਸਿਰਫ ਸੱਤਾ ਹਥਿਆਉਣ ਨਾਲ ਮਤਲਬ ਹੈ। ਤੇ ਅੱਜ ਇਹਨਾਂ ਨੂੰ ਜੇ ਖਤਰਾ ਹੋ ਜੇ ਸੈਂਟਰਲ ਗਵਰਨਮੈਂਟ ਡਿੱਗਣ ਦੀ, ਖੈਰ ਇਹਨਾਂ ਦੀ ਕਲੀਅਰ ਮੈਜੋਰਟੀ ਹੈ, ਜੇ ਕਿਤੇ ਯੂਪੀ ਵਾਂਗੂ ਹੁੰਦਾ ਤੇ ਇਹਨਾਂ ਨੇ ਟੈਨੀ ਦੇ ਮੁੰਡੇ ਨੂੰ ਛੱਡੋ, ਟੈਨੀ ਨੂੰ ਜੇਲ੍ਹ 'ਚ ਪਾ ਦੇਣਾ ਸੀ ਵੀ ਸਾਡੀ ਸੱਤਾ ਨਹੀਂ ਜਾਣੀ ਚਾਹੀਦੀ। ਇਹ ਉਹ ਲੋਕ ਨੇ ਸੱਤਾ ਦੇ ਲਈ ਕਿਸੇ ਨੂੰ ਵੀ ਮਰਾ ਸਕਦੇ। ਬਹੁਤ ਸ਼ੁਕਰੀਆ ਮੰਗਟ ਸਾਹਿਬ। ਸੋ ਗੁਰਮਨੀਤ ਸਿੰਘ ਮੰਗਟ ਬਹੁਤ ਹੌਸਲੇ ਵਾਲੇ ਨੌਜਵਾਨ ਨੇ, ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਦੇ ਵਿੱਚ ਵੀ ਅਕਸਰ ਨਜ਼ਰ ਆਉਂਦੇ ਆ ਇਹ। ਔਰ ਮੰਗਟ ਸਾਹਿਬ ਕਹਿ ਰਹੇ ਨੇ ਕਿ ਮੌਕੇ ਤੇ ਮੌਜੂਦ ਸੀ ਹੁਣ ਤੱਕ ਜਿੰਨੇ ਵੀ ਲੋਕਾਂ ਨਾਲ ਸਾਡੀ ਗੱਲਬਾਤ ਹੋਈ, ਕਿਉਂਕਿ ਖਾਸ ਤੌਰ ਤੇ ਮੈਂ ਇੱਕ ਵਾਰ ਹੋਰ ਜ਼ਿਕਰ ਕਰਦਿਆਂ ਕਿ ਗੋਦੀ ਮੀਡੀਆ ਜਿਹੜਾ ਹੈ ਉਹ ਤੁਹਾਨੂੰ
ਫੈਕਟ ਨਹੀਂ ਦਿਖਾਏਗਾ, ਉਹ ਤੁਹਾਨੂੰ ਰੌਲਾ ਪਾਉਂਦਾ ਨਜ਼ਰ ਆਏਗਾ, ਉਹ ਤੁਹਾਨੂੰ ਗੋਦੀ 'ਚ ਬੈਠਾ ਸੱਤਾ ਦੇ ਨਜ਼ਰ ਆਏਗਾ। ਪਰ ਇਹ ਫੈਕਟ ਗਰਾਊਂਡ ਦੇ ਜਿਹੜੇ ਫੈਕਟ ਆ, ਇਹਨਾਂ ਲੋਕਾਂ ਦੇ ਨਾਲ ਵੀ ਕਦੇ ਗੱਲਬਾਤ ਨਹੀਂ ਹੋਈ, ਇਹਨਾਂ ਲੋਕਾਂ ਦੇ ਕਿਸੇ ਨੇ ਇੰਟਰਵਿਊਜ਼ ਨਹੀਂ ਕੀਤੇ ਕਿ ਮੌਕੇ ਦੀ ਸਿਚੁਏਸ਼ਨ ਦੱਸੋ, ਕਿਉਂਕਿ ਸਭ ਤੋਂ ਵੱਡੇ ਗਵਾਹ ਮੌਕੇ ਦੇ ਵੀਡੀਓ ਨੇ। ਮੌਕੇ ਦੇ ਵੀਡੀਓ ਕਲੀਅਰ ਕਰ ਰਿਹਾ ਕਿ ਮੁਲਜ਼ਮ ਦੀ ਗੱਡੀ ਜਿਹੜੀ ਸੀ ਉਸਨੇ ਸਾਫ਼ ਤੌਰ ਤੇ ਗੱਡੀ ਨੇ ਸਾਬਤ ਕਰ ਦਿੱਤਾ ਕਿ ਮੁਲਜ਼ਮ ਕੌਣ ਹੈ। ਪਰ ਮੰਤਰੀ ਦੇ ਪਰਿਵਾਰ ਦੀ ਬੋਲੀ ਬੋਲ ਰਿਹਾ ਗੋਦੀ ਮੀਡੀਆ। ਸੋ ਸਾਡੀ ਕੋਸ਼ਿਸ਼ ਸੀ ਕਿ ਜਿਹੜੇ ਲੋਕ ਵਾਕਈ ਜਿਹੜੇ ਲੋਕਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਉਹਨਾਂ ਦੇ ਪਰਿਵਾਰਾਂ ਦੇ ਵੀ ਹਾਲ ਜਾਣ ਰਹੇ, ਔਰ ਜਿਹੜੇ ਲੋਕ ਮੌਕੇ ਤੇ ਗਵਾਹ ਸੀ ਉਹਨਾਂ ਚਸ਼ਮਦੀਦਾਂ ਦੇ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਕਿ ਵਾਕਈ ਮੌਕੇ ਤੇ ਹੋਇਆ ਕੀ ਸੀ। ਸੋ ਗੁਰਮਨੀਤ ਮੰਗਟ ਹੁਣੀ ਦੱਸ ਰਹੇ ਨੇ ਕਿ ਮੌਕੇ ਤੇ ਜਿੱਦਾਂ ਦਰੜਦੀਆਂ ਹੋਈਆਂ ਗੱਡੀਆਂ ਜਾ ਰਹੀਆਂ ਸੀ ਕਿਸਾਨਾਂ ਨੂੰ ਅੱਗੇ, ਇਹਨਾਂ ਨੂੰ ਧੱਕਾ ਨਾ ਵੱਜਦਾ ਤਾਂ ਹੋ ਸਕਦਾ ਕਿ ਇਹ ਸਾਡੇ ਵਿੱਚ ਨਾ ਹੁੰਦੇ ਜਾਂ ਫਿਰ ਕਿਤੇ ਹਸਪੀਟਲ ਦੇ ਵਿੱਚ ਪਏ ਹੋਏ ਮਿਲਦੇ ਸਾਨੂੰ। ਪਰ ਰੱਬ ਨੇ ਰੱਖ ਲਿਆ ਇਹਨਾਂ ਨੂੰ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿੰਦੇ ਕਿ ਉਮੀਦ ਇਹ ਹੈ ਸਾਨੂੰ ਕਿ ਗ੍ਰਿਫਤਾਰੀ ਹੋਏਗੀ, ਕਿਉਂਕਿ ਮੁਕੱਦਮਾ ਦਰਜ ਹੋ ਗਿਆ ਮੰਤਰੀ ਤੇ ਉਸਦੇ ਮੁੰਡੇ ਦੇ ਖਿਲਾਫ। ਪਰ ਨਿਆਂ ਦੀ ਉਮੀਦ ਹੈ ਕਿ ਜਲਦੀ ਗ੍ਰਿਫਤਾਰੀ ਹੋਏਗੀ ਔਰ ਜੋ ਕਾਤਲ ਨੇ ਉਹਨਾਂ ਨੂੰ ਸਜ਼ਾ ਮਿਲੇਗੀ। ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਲਖੀਮਪੁਰ ਖੀਰੀ।